ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨੇ ਪ੍ਰਮੰਨੇ ਨਾਮ ਪੇਸ਼ ਨੇ। ਪਹਿਲਾਂ ਚੋਣਵੀਆਂ ਖਬਰਾਂ। ਮੰਕੀ ਪੌਕਸ ਨੂੰ ਲੈ ਕੇ ਬਾਈਡਨ ਦਾ ਬਿਆਨ, ਕਿਹਾ ਚਿੰਤਿਤ ਹੋਣ ਦੀ ਹੈ ਲੋੜ। ਸਾਊਦੀ ਅਰਬ ਵਿੱਚ ਕਰੋਨਾ ਦਾ ਕਹਿਰ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ ਤੇ ਪਾਬੰਦੀ। ਕਰੋਨਾ ਮਹਾਮਾਰੀ ਯਕੀਨੀ ਤੌਰ ਤੇ ਅਜੇ ਖਤਮ ਨਹੀਂ ਹੋਈ, WHO ਮੁਖੀ। ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਾਈਡਨ ਤੇ PM ਮੋਦੀ ਨਾਲ ਕਰਨਗੇ ਮੁਲਾਕਾਤ। ਅਮਰੀਕੀ ਸੰਸਦੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਫਾਇਦਾ ਮਿਲਣ ਦੀ ਉਮੀਦ, ਸਰਵੇ। ਅਮਰੀਕਾ ਵਿੱਚ ਪਾਕਿਸਤਾਨ ਮੂਲ ਦੇ ਵਿਅਕਤੀ ਨੇ ਪਤਨੀ, ਬੇਟੀ ਤੇ ਸੱਸ ਦਾ ਗੋਲੀ ਮਾਰ ਕੇ ਕੀਤਾ ਕਤਲ। ਅਮਰੀਕਾ ਭਿਆਨਕ ਹਾਦਸੇ ਵਿੱਚ ਨੌਜਵਾਨ ਨੇ ਗਵਾਇਆ ਅੱਧਾ ਸਰੀਰ, 2 ਸਾਲ ਤੋਂ ਜੀ ਰਿਹਾ ਜ਼ਿੰਦਗੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਅਤੇ ਅਮਰੀਕਾ 'ਚ ਹਾਲ ਹੀ ਸਾਹਮਣੇ ਆਏ ਮੰਕੀ ਪਾਕਸ ਮਾਮਲਿਆਂ ਨੂੰ ਚਿੰਤਿਤ ਹੋਣ ਦੀ ਲੋੜ ਹੈ। ਇਸ ਬਿਮਾਰੀ ਤੇ ਪਹਿਲੀ ਵਾਰ ਜਨਤਕ ਤੌਰ ਤੇ ਟਿੱਪਣੀ ਕਰਦਿਆਂ ਬਾਈਡਨ ਨੇ ਕਿਹਾ, ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ ਤਾਂ ਇਸ ਦੇ ਨਤੀਜੇ ਭੁਗਤਣੇ ਹੋਣਗੇ। ਬਾਈਡਨ ਦੱਖਣੀ ਕੋਰੀਆ ਦੇ ਉਸਾਨ ਹਵਾਈ ਅੱਡੇ ਤੇ ਪੱਤਰਕਾਰਾਂ ਵੱਲੋਂ ਇਸ ਬਿਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਦੇ ਸਿਲਸਿਲੇ ਵਿੱਚ ਬਾਈਡਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫੌਜੀਆਂ ਨਾਲ ਵੀ ਮੁਲਾਕਾਤ ਕੀਤੀ। ਬਾਈਡਨ ਨੇ ਕਿਹਾ, ਅਜੇ ਮੈਨੂੰ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ ਹੈ, ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ ਹੈ। ਮੰਕੀ ਪੌਕਸ ਦੇ ਮਾਮਲੇ ਅਫਰੀਕਾ ਤੋਂ ਬਾਹਰ ਘੱਟ ਹੀ ਦੇਖਣ ਨੂੰ ਮਿਲਦੇ ਨੇ, ਪਰ ਸ਼ੁੱਕਰਵਾਰ ਤੱਕ ਦੁਨੀਆ ਭਰ ਵਿੱਚ 80 ਮਾਮਲਿਆਂ ਦੀ ਪੁਸ਼ਟੀ ਹੋਈ। ਇਹਨਾਂ ਚੋਂ ਘੱਟੋ-ਘੱਟ 2 ਮਾਮਲੇ ਅਮਰੀਕਾ 'ਚ ਸਾਹਮਣੇ ਆਏ। ਹਾਲਾਂਕਿ ਇਹ ਬਿਮਾਰੀ ਚੇਚਕ ਵਰਗੀ ਹੈ, ਪਰ ਇਸ ਦੇ ਲੱਛਣ ਹਲਕੇ ਹੁੰਦੇ ਨੇ। ਮਰੀਜ਼ ਆਮ ਤੌਰ ਤੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਿਨਾਂ 2-4 ਹਫ਼ਤਿਆਂ ਤੱਕ ਠੀਕ ਹੋ ਜਾਂਦੇ ਨੇ, ਪਰ ਕਈ ਵਾਰੀ ਬਿਮਾਰੀ ਘਾਤਕ ਹੋ ਸਕਦੀ ਹੈ। ਭਾਵੇਂ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਨੇ, ਪਰ ਕਈ ਦੇਸ਼ਾਂ ਵਿੱਚ ਸਥਿਤੀ ਚੰਗੀ ਨਹੀਂ ਹੈ। ਸਾਊਦੀ ਅਰਬ ਵਿੱਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਨੇ। ਅਜਿਹੇ 'ਚ ਸਾਊਦੀ ਸਰਕਾਰ ਨੇ ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਮੰਕੀ ਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤ ਤੋਂ ਇਲਾਵਾ 16 ਦੇਸ਼ਾਂ ਵਿੱਚ ਗਣਰਾਜ, ਕਾਂਗੋ, ਲੀਬੀਆ, ਇੰਡੋਨੇਸ਼ੀਆ, ਲਿਬਨਾਨ ਆਦਿ ਸ਼ਾਮਲ ਨੇ। ਇੱਥੇ ਉੱਤਰੀ ਕੋਰੀਆ ਵਿੱਚ ਵੀ ਕਰੋਨਾ ਨੇ ਹੰਗਾਮਾ ਮਚਾ ਦਿੱਤਾ ਹੈ। ਹਰ ਰੋਜ਼ ਲੱਖਾਂ ਕਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਵਿੱਚ ਹੁਣ ਤੱਕ ਮੰਕੀ ਪੌਕਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਬਦੁੱਲਾ ਅਸੀਰੀ ਰੋਕਥਾਮ ਸਿਹਤ ਲਈ ਉਪ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੰਕੀ ਪੌਕਸ ਦੇ ਕੇਸਾਂ ਦਾ ਪਤਾ ਲਗਾਉਣ ਦੀ ਸਮਰੱਥਾ ਹੈ। ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਵੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਮੰਕੀ ਪੌਕਸ ਨੂੰ ਲੈ ਕੇ ਦੇਸ਼ਾਂ ਨੂੰ ਅਲਰਟ ਕੀਤਾ ਹੈ। ਹਾਲਾਂਕਿ ਭਾਰਤ ਵਿੱਚ ਹੁਣ ਤੱਕ ਮੰਕੀ ਪੌਕਸ ਦੇ ਮਾਮਲੇ ਸਾਹਮਣੇ ਨਹੀਂ ਆਏ, ਪਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਅਬਦੁੱਲਾ ਅਸੀਰੀ ਨੇ ਕਿਹਾ ਕਿ ਹੁਣ ਤੱਕ ਮਨੁੱਖਾਂ ਵਿੱਚ ਮੰਕੀ ਪੌਕਸ ਫੈਲਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਨੇ, ਇਸ ਲਈ ਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੇ ਫੈਲਣ ਦੀ ਸੰਭਾਵਨਾ ਉਹਨਾਂ ਦੇਸ਼ਾਂ ਵਿੱਚ ਬਹੁਤ ਘੱਟ ਹੈ ਜਿਸ ਤੇ ਇਸ ਦੀ ਲਾਗ ਪਾਈ ਗਈ ਹੈ। ਕਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਕਮੀ ਦਰਮਿਆਨ ਵਿਸ਼ਵ ਸਿਹਤ ਸੰਗਠਨ ਮੁਖੀ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਯਕੀਨੀ ਤੌਰ ਤੇ ਕਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ। ਉਹਨਾਂ ਸਰਕਾਰ ਨੂੰ ਕਿਹਾ ਕਿ ਅਸੀਂ ਆਪਣੇ ਜ਼ੋਖਮ ਤੇ ਸਾਡੇ ਬਚਾਅ ਨਿਯਮਾਂ ਵਿੱਚ ਕਮੀ ਕਰਨ। ਜਨੇਵਾ ਵਿੱਚ ਸੰਗਠਨ ਦੀ ਸਾਲਾਨਾ ਬੈਠਕ ਦੀ ਸ਼ੁਰੂਆਤ ਕਰਦੇ ਹੋਏ WHO ਮੁਖੀ ਟੈਡਰੋਸ ਅਧਾਨੋਮ ਨੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਨਮੂਨਿਆਂ ਦੀ ਜਾਂਚ ਅਤੇ ਕ੍ਰਮ ਦੀ ਕਮੀ ਦਾ ਮਤਲਬ ਹੈ ਕਿ ਅਸੀਂ ਵਾਇਰਸ ਦੀ ਮੌਜੂਦਗੀ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰ ਰਹੇ ਹਾਂ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਦੇ ਕਰੀਬ 1 ਅਰਬ ਲੋਕਾਂ ਨੂੰ ਹੁਣ ਵੀ ਕਰੋਨਾ ਰੋਕੂ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਗਲੋਬਲ ਹਾਲਾਤ ਤੇ ਆਧਾਰਿਤ ਹਾਲ ਹੀ ਦੀ ਹਫ਼ਤਾਵਾਰੀ ਰਿਪੋਰਟ ਦੇ ਮੱਦੇਨਜ਼ਰ ਕ੍ਰੇਬੇਅਸਸ ਨੇ ਕਿਹਾ ਕਿ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿੱਚ ਮਾਰਚ ਤੋਂ ਬਾਅਦ ਕਈ ਹਫ਼ਤੇ ਤੋਂ ਕਮੀ ਦਰਜ ਕੀਤੇ ਜਾਣ ਤੋਂ ਬਾਅਦ ਮਾਮਲਿਆਂ 'ਚ ਸਥਿਰਤਾ ਦੇਖੀ ਗਈ ਹੈ, ਜਦਕਿ ਮੌਤ ਦੇ ਮਾਮਲਿਆਂ 'ਚ ਵੀ ਕਮੀ ਆਈ ਹੈ। ਉਹਨਾਂ ਨੇ ਕਿਹਾ ਕਿ ਹਾਲਾਤ ਵਿੱਚ ਸੁਧਾਰ ਅਤੇ ਦੁਨੀਆ ਦੀ 60% ਦੀ ਆਬਾਦੀ ਦਾ ਟੀਕਾਕਰਨ ਹੋਣ ਦੇ ਬਾਵਜੂਦ ਜਦ ਤੱਕ ਮਹਾਮਾਰੀ ਹਰ ਥਾਂ ਖਤਮ ਨਹੀਂ ਹੋਈ ਜਾਂਦੀ, ਉਸ ਸਮੇਂ ਤੱਕ ਇੱਥੇ ਹਰ ਥਾਂ ਖਤਮ ਨਹੀਂ ਹੋਏਗੀ। ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਟੋਕੀਓ ਵਿੱਚ ਜਾਪਾਨ ਅਤੇ ਭਾਰਤ ਦੇ ਨੇਤਾਵਾਂ ਨਾਲ ਆਮੋ-ਸਾਹਮਣੇ ਹੋਣਗੇ। ਉਹ ਕੁਆਡ ਮੀਟਿੰਗ ਵਿੱਚ PM ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨਗੇ। ਵਰਣਨਯੋਗ ਹੈ ਕਿ ਆਸਟ੍ਰੇਲੀਆ ਵਿੱਚ ਪਿਛਲੇ 10 ਸਾਲਾਂ ਤੋਂ ਲਿਬਰਲ ਪਾਰਟੀ ਦਾ ਰਾਜ ਟੁੱਟ ਗਿਆ ਹੈ ਅਤੇ ਵਿਰੋਧੀ ਲੇਬਰ ਪਾਰਟੀ ਨੇ ਚੋਣ ਜਿੱਤੀ ਹੈ।
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਚੋਣਾਂ ਵਿੱਚ ਹਾਰ ਮੰਨਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲੇਬਰ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੁਤੰਤਰ ਕਾਨੂੰਨ ਸਾਜ਼ਾਂ ਦਾ ਸਮਰਥਨ ਵੀ ਮਿਲ ਸਕਦਾ ਹੈ ਜੋ ਵਾਤਾਵਰਣ ਪੱਖੀ ਸੁਧਾਰਕ ਨੇ। ਮੈਰਿਸਨ ਨੇ ਲੇਬਰ ਪਾਰਟੀ ਦੇ ਨੇਤਾ ਅਤੇ ਭਵਿੱਖ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਜਿੱਤ ਤੇ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਰਿਸਨ ਨੇ ਵੀ ਆਪਣੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਚੋਣ ਨਤੀਜਿਆਂ ਤੋਂ ਲੱਗਦਾ ਹੈ ਕਿ ਮੈਰਿਸਨ ਦੇ ਲਿਬਰਲ ਨੈਸ਼ਨਲ ਗੱਠਜੋੜ ਨੂੰ ਪੱਛਮੀ ਆਸਟ੍ਰੇਲੀਆ ਅਤੇ ਸ਼ਹਿਰੀ ਖੇਤਰਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਓਪੀਨੀਅਨ ਪੋਲਾਂ ਵਿੱਚ ਕੇਂਦਰ ਖੱਬੇ ਪੱਖੀ ਲੇਬਰ ਪਾਰਟੀ ਨੂੰ ਵੀ ਲਿਬਰਲ ਪਾਰਟੀ ਤੋਂ ਅੱਗੇ ਜਾਪਦਾ ਹੈ। ਟੀਵੀ ਚੈਨਲ NBC ਵੱਲੋਂ ਇਸ ਹਫ਼ਤੇ ਕਰਵਾਏ ਸਰਵੇਖਣ ਮੁਤਾਬਕ ਜੋ ਬਾਈਡਨ ਦੇ ਕੰਮਕਾਜ ਤੋਂ ਖੁਸ਼ ਲੋਕਾਂ ਦੀ ਗਿਣਤੀ ਘਟ ਕੇ 39% ਰਹਿ ਗਈ ਹੈ, ਜਦਕਿ ਇਸ ਸਰਵੇ ਵਿੱਚ ਸ਼ਾਮਲ 56% ਲੋਕਾਂ ਨੇ ਰਾਸ਼ਟਰਪਤੀ ਦੇ ਪ੍ਰਦਰਸ਼ਨ ਨੂੰ ਖਰਾਬ ਦੱਸਿਆ। ਸਰਵੇ ਵਿੱਚ ਕਿਹਾ ਗਿਆ ਹੈ ਕਿ ਮਹਿੰਗਾਈ, ਆਰਥਿਕ ਬਦਹਾਲੀ, ਸਰਹੱਦੀ ਸੁਰੱਖਿਆ ਜਿਹੇ ਮੁੱਦਿਆਂ ਤੇ ਲੋਕ ਬਾਈਡਨ ਪ੍ਰਸ਼ਾਸਨ ਤੋਂ ਨਾਰਾਜ਼ ਹੁੰਦੇ ਜਾ ਰਹੇ ਨੇ। ਵੈਬਸਾਈਟ ਦਾ hill.com ਮੁਤਾਬਕ ਬਾਈਡਨ ਦੇ ਕੰਮਕਾਜ ਤੇ ਤਸੱਲੀ ਜਤਾਉਣ ਵਾਲੇ ਲੋਕਾਂ ਦੀ ਗਿਣਤੀ ਓਨੀ ਹੀ ਹੈ ਜਿੰਨੇ ਲੋਕ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ 1.5 ਸਾਲ ਦੇ ਕਾਰਜਕਾਲ ਤੋਂ ਬਾਅਦ ਸਹੀ ਠਹਿਰਾਉਂਦੇ ਸੀ। ਜੋ ਬਾਈਡਨ ਜਦੋਂ ਰਾਸ਼ਟਰਪਤੀ ਚੁਣੇ ਗਏ ਤਦ ਉਹਨਾਂ 51% ਦੀ ਵੋਟਾਂ ਮਿਲੀਆਂ ਸੀ। ਵਿਸ਼ਲੇਸ਼ਕਾਂ ਮੁਤਾਬਕ ਇਸ ਦਾ ਅਰਥ ਇਹ ਹੈ ਕਿ ਬੀਤੇ 1.5 ਸਾਲ ਵਿੱਚ ਉਹਨਾਂ ਨੇ ਲਗਭਗ 12% ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਇੱਕ ਹੋਰ ਸਰਵੇ ਏਜੰਸੀ GMC ਐਨਾਲਿਟਿਕਸ ਨੇ ਆਪਣੇ ਤਾਜ਼ਾ ਸਰਵੇ ਤੋਂ ਬਾਅਦ ਕਿਹਾ ਕਿ ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਨਵੰਬਰ 2022 ਵਿੱਚ ਹੋਣ ਵਾਲੀ ਸੰਸਦੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਭਾਰੀ ਫਾਇਦਾ ਮਿਲਣ ਦੀ ਉਮੀਦ ਹੈ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ, 4 ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਅਤੇ ਮੀਡੀਆ ਰਿਪੋਰਟ ਵਿੱਚ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਹੈਰਿਸ ਕਾਉਂਟੀ ਸ਼ੈਰਿਫ ਐਂਡ ਗੋਂਜ਼ਾਲੇਜ਼ ਨੇ ਕਿਹਾ ਕਿ ਵੀਰਵਾਰ ਨੂੰ ਤੜਕੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੈਂਪੀਅਨ 1 ਖੇਤਰ 'ਚ ਵਿੰਟੇਜ ਪਾਰਕ ਅਪਾਰਟਮੈਂਟ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਉੱਥੇ 4 ਲੋਕਾਂ ਨੂੰ ਇੱਕ ਮਕਾਨ ਦੇ ਅੰਦਰ ਮ੍ਰਿਤਕ ਪਾਇਆ। ਉਹਨਾਂ ਨੇ ਕਿਹਾ ਕਿ ਵਿਅਕਤੀ ਦੀ ਲਾਸ਼ ਨੇੜੇ ਇੱਕ ਅਰਧ ਆਟੋਮੈਟਿਕ ਬੰਦੂਕ ਮਿਲੀ ਸੀ। ਇੱਕ ਗੋਂਜ਼ਲੇਜ਼ ਨੇ ਟਵੀਟ ਵਿੱਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਵੱਖ ਰਹਿ ਰਹੀ ਆਪਣੀ ਪਤਨੀ ਦੇ ਘਰ ਗਿਆ ਸੀ। ਉਸ ਤੋਂ ਬਾਅਦ ਉਸਨੇ ਉੱਥੇ ਜਾ ਕੇ ਆਪਣੀ ਪਤਨੀ, 4 ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਵਾਲੀ ਥਾਂ ਤੇ 4 ਲਾਸ਼ਾਂ ਮਿਲੀਆਂ ਨੇ ਅਤੇ ਉੱਥੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਇਹ ਪਰਿਵਾਰ ਮੂਲ ਰੂਪ ਨਾਲ ਦੱਖਣੀ ਏਸ਼ੀਆ ਨਾਲ ਸੰਬੰਧਿਤ ਸੀ। ਐਂਡ ਗੋਂਜ਼ਾਲੇਜ਼ ਦੇ ਮੁਤਾਬਕ ਉਹਨਾਂ ਦਾ ਤਲਾਕ ਹੋਣ ਵਾਲਾ ਸੀ ਅਤੇ ਦੋਵੇਂ ਪਤੀ ਪਤਨੀ ਵੱਖ-ਵੱਖ ਰਹਿੰਦੇ ਸਨ। ਇੱਕ ਭਿਆਨਕ ਹਾਦਸੇ ਵਿੱਚ 20 ਸਾਲਾ ਨੌਜਵਾਨ ਨੂੰ ਆਪਣਾ ਅੱਧਾ ਸਰੀਰ ਗਵਾਉਣਾ ਪਿਆ। ਹਾਦਸੇ ਮਗਰੋਂ ਨੌਜਵਾਨ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸਦੇ ਲੱਕ ਤੋਂ ਹੇਠਲਾ ਹਿੱਸਾ ਕੱਟਣਾ ਪਿਆ ਸੀ। ਡਾਕਟਰ ਮੰਨ ਰਹੇ ਸਨ ਕਿ ਉਹ ਜ਼ਿਆਦਾ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕੇਗਾ, ਪਰ ਉਹ 2 ਸਾਲ ਤੋਂ ਆਪਣੀ ਪਤਨੀ ਨਾਲ ਰਹਿ ਰਿਹਾ ਹੈ। ਨੌਜਵਾਨ ਦਾ ਨਾਮ ਲੌਰੇਨ ਸਕਾਟਸ ਹੈ। ਲੌਰੇਨ ਅਮਰੀਕਾ ਦੇ ਮੋਂਟਾਨਾ ਸ਼ਹਿਰ ਦੇ ਰਹਿਣ ਵਾਲੇ ਨੇ, ਪਰ ਪਿਛਲੇ 2 ਸਾਲਾਂ ਤੋਂ ਬਿਨਾਂ ਪੈਰਾਂ ਅਤੇ ਸੱਜੇ ਹੱਥ ਦੇ ਜ਼ਿੰਦਗੀ ਜੀ ਰਹੇ ਨੇ। ਸਾਲ 2019 ਦੇ ਸਤੰਬਰ ਮਹੀਨੇ ਵਿੱਚ ਲੌਰੇਨ ਨਾਲ ਇੱਕ ਹਾਦਸਾ ਵਾਪਰਿਆ ਸੀ। ਉਦੋਂ ਇਹ ਫੋਰਕਲਿਫਟ ਜ਼ਰੀਏ ਇੱਕ ਪੁਲ ਤੇ ਕੰਮ ਕਰ ਰਿਹਾ ਸੀ। ਟ੍ਰੈਫਿਕ ਕਾਰਨ ਉਹ ਬਹੁਤ ਜ਼ਿਆਦਾ ਕਿਨਾਰੇ ਤੇ ਚਲਾ ਗਿਆ। ਇੱਥੋਂ ਉਹ 50 ਫੁੱਟ ਹੇਠਾਂ ਡਿੱਗ ਪਿਆ ਤੇ ਫਿਰ ਫੋਰਕਲਿਫਟ ਨੇ ਉਸ ਨੂੰ ਕੁਚਲ ਦਿੱਤਾ, ਜਿਸ ਮਗਰੋਂ ਲੌਰੇਨ ਨੇ ਇੱਕ ਬਹਾਦਰੀ ਭਰਿਆ ਕਦਮ ਚੁੱਕਿਆ। ਉਸਨੇ ਡਾਕਟਰਾਂ ਨੂੰ ਸਰਜਰੀ ਦੀ ਆਗਿਆ ਦਿੱਤੀ। ਇਸ ਵਿੱਚ ਉਸਦੀ ਜਾਨ ਬਚਾਉਣ ਲਈ ਲੱਕ ਤੋਂ ਹੇਠਲਾ ਹਿੱਸਾ ਕੱਟਣਾ ਜਾਣਾ ਸੀ। ਸਰਜਰੀ ਦੇ ਬਾਵਜੂਦ ਆਪਰੇਸ਼ਨ ਦੇ 1 ਮਹੀਨੇ ਬਾਅਦ ਡਾਕਟਰ ਮੰਨ ਰਹੇ ਸਨ ਕਿ ਲੌਰੇਨ ਦੀ ਮੌਤ ਹੋ ਜਾਏਗੀ, ਪਰ ਹਰ ਮੁਸ਼ਕਿਲ ਨੂੰ ਪਾਰ ਕਰਦੇ ਹੋਏ ਲੌਰੇਨ ਜ਼ਿੰਦਗੀ ਜੀ ਰਿਹਾ ਹੈ। ਹਾਦਸੇ ਦੇ ਬਾਅਦ ਲੌਰੇਨ ਆਪਣੀ ਨਵੀਂ ਜ਼ਿੰਦਗੀ ਬਾਰੇ ਲੋਕਾਂ ਨੂੰ YouTube ਚੈਨਲ ਜ਼ਰੀਏ ਦੱਸਦੇ ਰਹਿੰਦੇ ਨੇ। ਲੌਰੇਨ ਦੀ 23 ਸਾਲ ਦੀ ਪਤਨੀ ਸਾਬੀਆ ਰੀਚ ਵੀ ਉਸ ਨਾਲ ਰਹਿੰਦੀ ਹੈ। ਉਸਨੇ ਲੌਰੇਨ ਨੂੰ ਸਾਰੀ ਸਮੱਸਿਆਵਾਂ ਨਾਲ ਲੜਨ ਵਿੱਚ ਮਦਦ ਕੀਤੀ ਹੈ। ਰੋਜ਼ਾਨਾ ਦੇ ਕੰਮਾਂ ਵਿੱਚ ਵੀ ਸਾਬੀਆ ਲੌਰੇਨ ਦੀ ਮਦਦ ਕਰਦੀ ਹੈ। 25 ਸਾਲਾ ਪੇਸ਼ਾਵਰ ਸਾਈਕਲਿਸਟ ਅਨਾ ਮੋਹਰੀਆ ਵਿਲਸਨ ਦੀ ਹੱਤਿਆ ਦਾ ਮਾਮਲਾ ਤਿਕੋਨੀ ਪਿਆਰ ਕਹਾਣੀ ਨਾਲ ਜੁੜ ਗਿਆ ਹੈ, ਜਿਸ ਵਿੱਚ ਵਿਲਸਨ ਤੋਂ ਇਲਾਵਾ ਇੱਕ ਹੋਰ ਔਰਤ ਤੇ ਇੱਕ ਮਰਦ ਸ਼ਾਮਿਲ ਹੈ। ਇਹ ਖੁਲਾਸਾ ਆਸਟਿਨ ਪੁਲਿਸ ਨੇ ਕਰਦਿਆਂ ਕਿਹਾ ਕਿ ਆਸਟਿਨ ਨਿਵਾਸੀ ਸਾਈਕਲਿਸਟ 34 ਸਾਲਾ ਔਰਤ ਕੈਟਲਿਨ ਮੈਰੀ ਆਰਮਸਟ੍ਰੌਂਗ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 25 ਸਾਲਾ ਵਿਲਸਨ 11 ਮਈ ਨੂੰ ਆਸਟਿਨ ਵਿੱਚ ਮੈਪਲ ਐਵਨਿਊ ਵਿੱਚ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਮਿਲੀ ਸੀ। ਉਸ ਦਿਨ ਉਹ ਸਾਨ ਫਰਾਂਸਿਸਕੋ ਤੋਂ ਉੱਤਰ ਪੱਛਮੀ ਵਾਕੋ ਵਿੱਚ ਹਿਕੋ ਵਿਖੇ ਹੋ ਰਹੀ ਸਾਈਕਲ ਦੌੜ ਵਿੱਚ ਸ਼ਾਮਲ ਹੋਣ ਲਈ ਆਸਟਿਨ ਆਈ ਸੀ।
ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਆਰਮਸਟਰੌਂਗਸ ਇੱਕ ਵਾਹਨ ਵਿੱਚ ਸਵਾਰ ਹੋ ਕੇ ਵਿਲਸਨ ਦੇ ਘਰ ਵੱਲ ਜਾ ਰਹੀ ਨਜ਼ਰ ਆ ਰਹੀ ਹੈ। ਵਿਲਸਨ 1 ਮਿੰਟ ਪਹਿਲਾਂ ਹੀ ਆਰਮਸਟਰੌਂਗਸ ਦੇ ਦੋਸਤ ਮਰਦ ਸਾਈਕਲਿਸਟ ਕਾਲਿਨ ਸਟ੍ਰਿਕਲੈਂਡ ਨਾਲ ਤੈਰਾਕੀ ਕਰਕੇ ਬੁੜੀ ਸੀ। ਪੁਲਿਸ ਅਨੁਸਾਰ ਇਹ ਪਿਆਰ ਕਹਾਣੀ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਸੀ, ਜਦੋਂ ਆਰਮਸਟਰੌਂਗ ਤੇ ਸਟ੍ਰਿਕਲੈਂਡ ਵਿਚਾਲੇ ਹੋਏ ਮਨਮੁਟਾਵ ਦੌਰਾਨ ਸਟ੍ਰਿਕਲੈਂਡ ਵਿਲਸਨ ਦੇ ਨੇੜੇ ਆ ਗਿਆ ਸੀ, ਜਿਸ ਤੋਂ ਬਾਅਦ ਆਰਮਸਟਰੌਂਗ ਖਿੱਚ ਗਏ। ਇੱਕ ਖਬਰ ਨੇ ਦੱਸਿਆ ਕਿ ਆਰਮਸਟਰੌਂਗਸ ਨੂੰ ਸਕਿਟਲੈਂਡ ਤੇ ਵਿਲਸਨ ਵਿਚਾਲੇ ਸੰਬੰਧਾਂ ਦਾ ਇਸ ਸਾਲ ਜਨਵਰੀ ਵਿੱਚ ਪਤਾ ਲੱਗਾ ਸੀ। ਇੱਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਆਰਮਸਟਰੌਂਗਸ ਨੂੰ ਸਟ੍ਰਿਕਲੈਂਡ ਤੇ ਵਿਲਸਨ ਵਿਚਾਲੇ ਸੰਬੰਧਾਂ ਦਾ ਇਸ ਸਾਲ ਜਨਵਰੀ ਵਿੱਚ ਪਤਾ ਲੱਗਾ ਸੀ। ਉਸ ਅਨੁਸਾਰ ਆਰਮਸਟਰੌਂਗਸ ਨੇ ਉਸ ਨੂੰ ਦੱਸਿਆ ਸੀ ਕਿ ਉਹ ਵਿਲਸਨ ਨੂੰ ਮਾਰ ਦੇਗੀ। ਪੁਲਿਸ ਨੇ ਆਰਮਸਟਰੌਂਗ ਦੀ 9 mm ਹੈਂਡਗਨ ਬਰਾਮਦ ਕਰ ਲਈ ਹੈ, ਜਿਸ ਨੂੰ ਵਿਲਸਨ ਦੀ ਹੱਤਿਆ ਲਈ ਵਰਤਿਆ ਗਿਆ ਸੀ। ਪੁਲਿਸ ਅਨੁਸਾਰ ਇਹ ਇੱਕ ਵੱਡਾ ਸਬੂਤ ਹੈ। ਫਿਲਹਾਲ ਆਰਮਸਟਰੌਂਗਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਯੂਐਸ ਮਾਰਸ਼ਲ ਲੌਨ ਸਟਾਰ ਤੇ ਆਰਮਸਟਰੌਂਗਸ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਇੰਡੀਆਨਾ ਵਿੱਚ ਗੋਲੀਆਂ ਮਾਰ ਕੇ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ 3 ਔਰਤਾਂ ਨੂੰ ਜ਼ਖਮੀ ਕਰ ਦਿੱਤਾ। ਗੋਸ਼ਨ ਪੁਲਿਸ ਨੇ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇੱਕ ਘਰ ਵਿੱਚ ਹੋਈ ਗੋਲਾਬਾਰੀ ਦੀ ਘਟਨਾ ਅਚਾਨਕ ਵਾਪਰੀ, ਬਲਕਿ ਇਸ ਘਟਨਾ ਨੂੰ ਗਿਣਮਿੱਥ ਦੇ ਕੇ ਅੰਜਾਮ ਦਿੱਤਾ ਗਿਆ। ਪੁਲਿਸ ਅਨੁਸਾਰ ਗੋਲਾਬਾਰੀ ਵਿੱਚ 3 ਔਰਤਾਂ ਸਮੇਤ 5 ਜਣੇ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚ 2 ਮਰਦ ਦਮ ਤੋੜ ਗਏ ਜਦਕਿ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਤਿੱਬਤੀ ਮੁੱਦਿਆਂ ਲਈ ਅਮਰੀਕਾ ਦੇ ਵਿਦੇਸ਼ ਕੋਆਰਡੀਨੇਟਰ ਉਜਰਾ ਜ਼ਿਆ ਨੇ ਐਤਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਊਬਾ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਦੁਵੱਲੇ ਸੰਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਸਮੇਤ ਆਪਸੀ ਹਿੱਤਾਂ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ। ਦੇਊਬਾ ਅਤੇ ਜ਼ਿਆ ਵਿਚਾਲੇ ਇਹ ਮੁਲਾਕਾਤ ਕਾਠਮੰਡੂ ਦੇ ਬਾਲੂਵਾਤਰ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਹੋਈ। ਉਜਰਾ ਜ਼ਿਆ ਸਿਵਲ ਡਿਫੈਂਸ, ਡੈਮੋਕ੍ਰੇਸੀ ਅਤੇ ਹਿਊਮਨ ਰਾਈਟਸ ਲਈ ਅਮਰੀਕਾ ਦੀ ਅੰਡਰ ਸੈਕਟਰੀ ਆਫ ਸਟੇਟ ਵੀ ਹੈ। ਦਿਊਬਾ ਨੇ ਟਵੀਟ ਕੀਤਾ ਕਿ ਸਿਵਲ ਡਿਫੈਂਸ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਤੇ ਅਮਰੀਕੀ ਅੰਡਰ ਸੈਕਟਰੀ ਆਫ ਸਟੇਟ ਉਜ਼ਾਰਾ ਜ਼ਿਆ ਦੀ ਅਗਵਾਈ ਵਾਲੇ ਅਮਰੀਕੀ ਵਫਦ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ। ਅਸੀਂ ਨੇਪਾਲ ਅਮਰੀਕਾ ਸੰਬੰਧਾਂ ਅਤੇ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਵਿਚਾਰ ਦਾ ਆਦਾਨ ਪ੍ਰਦਾਨ ਕੀਤਾ। ਨੇਪਾਲ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮੁਲਾਕਾਤ ਦੌਰਾਨ ਨੇਪਾਲ ਅਮਰੀਕਾ ਦੁਵੱਲੇ ਸੰਬੰਧਾਂ ਅਤੇ ਆਪਸੀ ਹਿੱਤਾਂ ਦੇ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਵਫਦ ਦੀ ਅਗਵਾਈ ਕਰ ਰਹੀ ਉਜਰਾ ਜ਼ਿਆ ਨੇਪਾਲ ਦੀ 3 ਦਿਨਾਂ ਯਾਤਰਾ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਇੱਥੇ ਪਹੁੰਚੀ। ਨੇਪਾਲ ਪਹੁੰਚਣ ਤੋਂ ਬਾਅਦ ਜ਼ਿਆ ਨੇ ਨੇਪਾਲ ਨੂੰ 659 ਮਿਲੀਅਨ ਅਮਰੀਕੀ ਡਾਲਰ ਮਦਦ ਦੇਣ ਦਾ ਐਲਾਨ ਕੀਤਾ। ਉਸਨੇ ਟਵੀਟ ਕੀਤਾ ਕਿ ਅਮਰੀਕਾ ਨੇਪਾਲ ਸਹਾਇਤਾ ਸਮਝੌਤੇ ਤੋਂ ਬਹੁਤ ਖੁਸ਼ ਹੈ, ਜੋ ਇੱਕ ਲੋਕਤੰਤਰੀ ਅਤੇ ਖੁਸ਼ਹਾਲ ਭਵਿੱਖ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਲਈ 659 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ। ਇਨਸਾਨ ਆਪਣੇ ਮਨਪਸੰਦ ਖਾਣੇ ਨੂੰ ਬੜੇ ਸ਼ੌਕ ਨਾਲ ਖਾਂਦਾ ਹੈ। ਜੇਕਰ ਇਨਸਾਨ ਨੂੰ ਉਸ ਦਾ ਪਸੰਦੀਦਾ ਖਾਣਾ ਲਗਾਤਾਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਬੋਰ ਹੋ ਸਕਦਾ ਹੈ, ਪਰ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਮੈਕਡੋਨਲਡ ਬਿਗ ਮੈਕ ਨਾਲ ਇੰਨਾ ਪਿਆਰ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਲਗਭਗ ਹਰ ਰੋਜ਼ ਇੱਕ ਬਿਗ ਮੈਕ ਖਾ ਰਿਹਾ। ਬਿਗ ਮੈਕ ਨਾਲ ਪਿਆਰ ਕਾਰਨ ਉਸਨੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਕਰਵਾ ਲਿਆ। ਉਸਨੇ ਆਪਣੇ ਇਸ ਰਿਕਾਰਡ ਦਾ ਜਸ਼ਨ ਵੀ ਆਪਣੇ ਇਲਾਕੇ ਵਿੱਚ ਮੌਜੂਦ ਮੈਕਡੋਨਲਡ ਵਿੱਚ ਬਿਗ ਮੈਕ ਖਾ ਕੇ ਮਨਾਇਆ। 68 ਸਾਲਾ ਡੋਨਾਲਡ ਗੋਰੋਸਕੋ ਅਮਰੀਕਾ ਦੇ ਵਿਸਕਾਂਸਨ ਸੂਬੇ ਵਿੱਚ ਰਹਿੰਦੇ ਨੇ। ਗੋਰੋਸਕੋ ਇੱਕ ਜੇਲ੍ਹ ਵਿੱਚ ਗਾਰਡ ਸਨ। ਹਾਲਾਂਕਿ ਹੁਣ ਉਹ ਰਿਟਾਇਰ ਹੋ ਚੁੱਕੇ ਨੇ। ਉਹਨਾਂ ਨੂੰ ਬਿਗ ਮੈਕ ਇੰਨਾ ਪਸੰਦ ਹੈ ਕਿ ਉਹ ਇੱਕ ਦਿਨ ਵਿੱਚ 2 ਬਿਗ ਮੈਕ ਵੀ ਖਾ ਲੈਂਦੇ ਨੇ। ਪਿਛਲੇ ਸਾਲ ਅਗਸਤ ਵਿੱਚ ਗੋਰੋਸਕੋ ਨੇ ਆਪਣੇ ਪੂਰੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਬਿਗ ਮੈਕ ਦਾ ਆਪਣਾ ਖੁਦ ਦਾ ਰਿਕਾਰਡ ਅਪਡੇਟ ਕੀਤਾ। ਉਹਨਾਂ ਨੇ 17 ਮਈ ਨੂੰ 1972 ਤੋਂ ਬਿਗ ਮੈਕ 버ਗਰ ਖਾਣਾ ਸ਼ੁਰੂ ਕੀਤਾ, ਜਿਸ ਮਗਰੋਂ ਲਗਾਤਾਰ 50 ਸਾਲ ਤੋਂ ਰੋਜ਼ਾਨਾ ਇੱਕ ਬਿਗ ਮੈਕ 버ਗਰ ਖਾ ਰਹੇ ਨੇ। 7 ਮਈ 2022 ਨੂੰ ਉਹਨਾਂ ਨੇ ਆਪਣੀ ਬਿਗ ਮੈਕ ਕਲੱਬ ਦੀ 50ਵੀਂ ਵਰ੍ਹੇਗੰਢ ਮਨਾਈ। ਹਾਲਾਂਕਿ ਗੋਰੋਸਕੋ ਨੇ ਦੱਸਿਆ ਕਿ 1972 ਤੋਂ ਲੈ ਕੇ ਹੁਣ ਤੱਕ ਉਹ ਸਿਰਫ 8 ਦਿਨ ਹੀ ਆਪਣੇ ਇਸ ਸ਼ੌਕ ਤੋਂ ਦੂਰ ਰਹੇ ਨੇ। ਉਹਨਾਂ ਨੇ ਦੱਸਿਆ ਕਿ 1982 ਵਿੱਚ ਇੱਕ ਭਿਆਨਕ ਤੂਫਾਨ ਆਉਣ ਕਾਰਨ ਕੁਝ ਦਿਨਾਂ ਲਈ ਸਟੋਰ ਬੰਦ ਹੋ ਗਿਆ ਸੀ। ਕੈਨੇਡਾ ਦੇ ਪੂਰਬੀ ਸੂਬੇ ਓਨਟਾਰੀਓ ਤੇ ਕਿਊਬਿਕ ਵਿੱਚ ਆਏ ਭਿਆਨਕ ਤੂਫਾਨ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 9 ਘਰਾਂ ਵਿੱਚ ਬਿਜਲੀ ਨਹੀਂ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਓਨਟਾਰੀਓ ਪੁਲਿਸ ਨੇ ਟਵਿੱਟਰ ਤੇ ਦੱਸਿਆ ਕਿ ਗਰਮੀਆਂ ਦੇ ਤੇਜ਼ ਤੂਫਾਨ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਟ੍ਰੇਲਰ ਤੇ ਦਰਖਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਵਿੱਚ ਉਹ ਠਹਿਰਿਆ ਹੋਇਆ ਸੀ। 70 ਦੇ ਦਹਾਕੇ ਦੀ ਇੱਕ ਔਰਤ ਵੀ ਤੂਫਾਨ ਵਿੱਚ ਤੁਰਦਿਆਂ ਦਰਖਤ ਨਾਲ ਕੁਚਲੀ ਗਈ। ਸੰਘੀ ਰਾਜਧਾਨੀ ਓਟਾਵਾ ਵਿੱਚ ਤੂਫਾਨ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਪਰ ਸਥਾਨਕ ਪੁਲਿਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
चौथी पीड़ित औरत 50 ਸਾਲਾਂ ਦੀ ਸੀ। ਸੀਬੀਸੀ ਨੇ ਸਥਾਨਕ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੂਫਾਨ ਦੌਰਾਨ ਓਟਾਵਾ ਅਤੇ ਕਿਊਬਿਕ ਨੂੰ ਵੱਖ ਕਰਨ ਵਾਲੀ ਓਟਾਵਾ ਨਦੀ ਵਿੱਚ ਔਰਤ ਦੀ ਕਿਸ਼ਤੀ ਪਲਟਣ ਨਾਲ ਉਹ ਡੁੱਬ ਗਈ। ਸਥਾਨਕ ਪ੍ਰਦਾਤਾ ਹਾਈਡਰੋ 1 ਅਤੇ ਹਾਈਡਰੋ ਕਿਊਬਿਕ ਦੀਆਂ ਆਨਲਾਈਨ ਘਟਨਾਵਾਂ ਦੇ ਅਨੁਸਾਰ शनिवार रात ਨੂੰ ਦੋਨਾਂ ਸੂਬਿਆਂ ਵਿੱਚ ਲਗਭਗ 9 ਲੱਖ ਘਰਾਂ ਵਿੱਚ ਬਿਜਲੀ ਨਹੀਂ ਸੀ। ਓਟਾਵਾ ਵਿੱਚ ਸਹਾਇਤਾ ਦੀ ਲੋੜ ਵਾਲੇ ਖੇਤਰਾਂ ਨੂੰ ਮਦਦ ਪਹੁੰਚਾਉਣ ਲਈ 64 ਟਰੱਕਾਂ ਨੂੰ ਬੁਲਾਇਆ ਗਿਆ ਸੀ। ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਦੇ ਨਤੀਜੇ ਕਾਫੀ ਰੌਚਕ ਰਹੇ। ਪਿਛਲੀਆਂ 2 ਪਾਰੀਆਂ ਤੋਂ ਸੱਤਾ ਵਿੱਚ ਰਹੀ ਲਿਬਰਲ ਪਾਰਟੀ ਤੋਂ ਹੁਣ ਪਾਰੀ ਲੇਬਰ ਪਾਰਟੀ ਦੇ ਹੱਥ ਵਿੱਚ ਹੈ। ਐਂਥਨੀ ਐਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਨੇ। 1996 ਤੋਂ ਸੱਤਾ ਵਿੱਚ ਆਈ ਐਂਥਨੀ ਨੇ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਅਤੇ ਰਾਜਨੀਤੀ ਵਿੱਚ ਲੰਬਾ ਚੌੜਾ ਤਜਰਬਾ ਵੀ ਹੈ। ਇੱਥੇ ਦੱਸ ਦਈਏ ਕਿ ਐਲਬਨੀਜ਼ ਨੇ ਲੇਬਰ ਪਾਰਟੀ ਵੱਲੋਂ 2013 ਦੀ ਅਗਵਾਈ ਕੀਤੀ ਸੀ, ਪਰ ਬਿਲ ਸ਼ਾਰਟਨ ਹੱਥੋਂ ਹਾਰ ਗਏ ਸੀ। ਇਸ ਵਾਰ ਵੱਖ-ਵੱਖ ਪਾਰਟੀਆਂ ਵੱਲੋਂ ਕਾਫੀ ਭਾਰਤੀ ਚਿਹਰੇ ਵੀ ਮੈਦਾਨ ਵਿੱਚ ਸੀ, ਪਰ ਕਿਸੇ ਨੂੰ ਸਫਲਤਾ ਹਾਸਲ ਨਹੀਂ ਹੋਈ। ਭਾਰਤੀ ਮੂਲ ਦੇ ਲਿਬਰਲ ਪਾਰਟੀ ਵੱਲੋਂ ਗ੍ਰੀਨਵੇ ਇਲਾਕੇ ਤੇ ਖੜੇ ਪ੍ਰਦੀਪ ਪਾਥੀ ਨੂੰ 24,000 ਉੱਪਰ ਵੋਟ ਪਈ, ਜਦਕਿ ਲਿਬਰਲ ਪਾਰਟੀ ਦੇ ਚੀਫਲੀ ਤੋਂ ਖੜੇ ਜੁਗਨਦੀਪ ਸਿੰਘ ਨੂੰ 14,395 ਵੋਟਾਂ ਪਈਆਂ। ਚੀਫਲੀ ਸੀਟ ਦੀ ਗੱਲ ਕਰੀਏ ਤਾਂ 1969 ਤੋਂ ਇਹ ਸੀਟ ਲੇਬਰ ਪਾਰਟੀ ਕਦੇ ਨਹੀਂ ਹਾਰੀ, ਬਲਕਿ ਇਸ ਸੀਟ ਦਾ ਨਾਂ ਤੱਕ ਲੇਬਰ ਪ੍ਰਧਾਨ ਮੰਤਰੀ ਬੰਚ ਚੀਫਲੀ ਦੇ ਨਾਂ ਤੇ ਸੀ। ਮੌਜੂਦਾ ਲੇਬਰ ਐਮਪੀ ਐਡ ਹਿਊਜ਼ ਪਿਛਲੇ 1 ਦਹਾਕੇ ਤੋਂ ਕਾਬਜ਼ ਨੇ। ਅਸਲ ਵਿੱਚ ਮੁੱਖ ਧਾਰਾ ਪਾਰਟੀਆਂ ਵੱਲੋਂ ਬਹੁ ਸੱਭਿਆਚਾਰਕ ਨੂੰ ਦਰਸਾਉਣ ਲਈ ਉਹਨਾਂ ਸੀਟਾਂ ਤੇ ਭਾਰਤੀਆਂ ਨੂੰ ਖੜਾ ਕੀਤਾ ਜਾਂਦਾ ਹੈ ਜੋ ਹਮੇਸ਼ਾ ਹਾਰਦੀਆਂ ਨੇ। ਗ੍ਰੀਨਵੇ ਦੀ ਸੀਟ ਤੋਂ ਲਿਬਰਲ ਪਾਰਟੀ ਦੇ ਪ੍ਰਦੀਪ ਪਾਥੀ, ਮਕਮੋਹਨ ਤੋਂ ਲਿਬਰਲ ਪਾਰਟੀ ਲਈ ਵਿਵੇਕ ਸਿੰਘਾ ਆਦਿ ਆਪਣੀਆਂ ਪਾਰਟੀਆਂ ਲਈ ਦਾਅਵੇਦਾਰੀ ਹਾਰ ਗਏ। ਭਾਰਤੀਆਂ ਨੂੰ ਆਸਟ੍ਰੇਲੀਆ ਵਿੱਚ ਆਪਣਾ ਆਪ ਦਰਸਾਉਣ ਲਈ ਹੋਰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੋਏਗੀ, ਤਾਂ ਹੀ ਅਮਰੀਕਾ ਕੈਨੇਡਾ ਵਾਂਗ ਆਸਟ੍ਰੇਲੀਆ ਦੀ ਸੰਸਦ ਵਿੱਚ ਜਾ ਸਕਣਗੇ। ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਰੂਸ ਨੇ ਵੱਡੀ ਕਾਰਵਾਈ ਕੀਤੀ ਹੈ। ਰੂਸ ਨੇ ਫਿਨਲੈਂਡ ਨੂੰ ਕੁਦਰਤੀ ਗੈਸ ਦੀ ਸਪਲਾਈ ਰੋਕ ਦਿੱਤੀ ਹੈ। ਫਿਨਲੈਂਡ ਦੀ ਊਰਜਾ ਕੰਪਨੀ ਗੈਸਮ ਦੇ ਅਨੁਸਾਰ ਫਿਨਲੈਂਡ ਨੂੰ ਕੁਦਰਤੀ ਗੈਸ ਦੀ ਰੂਸੀ ਸਪਲਾਈ ਨੂੰ ਰੋਕ ਦਿੱਤਾ ਗਿਆ। ਇਹ ਕਦਮ ਨਾਰਡਿਕ ਦੇਸ਼ ਦੁਆਰਾ ਰੂਬਲ ਵਿੱਚ ਭੁਗਤਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ। ਗੈਸਮ ਨੇ ਦੱਸਿਆ ਕਿ ਗੈਸ ਹੁਣ ਬਾਲਟਿਕ ਕਨੈਕਟਰ ਪਾਈਪਲਾਈਨ ਰਾਹੀਂ ਸਪਲਾਈ ਕੀਤੀ ਜਾਏਗੀ, ਜੋ ਫਿਨਲੈਂਡ ਨੂੰ ਐਸਟੋਨੀਆ ਨਾਲ ਜੋੜਦੀ ਹੈ। ਬੁੱਧਵਾਰ ਨੂੰ ਫਿਨਲੈਂਡ ਅਤੇ ਸਵੀਡਨ ਨੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ਤੇ ਬੇਨਤੀ ਕੀਤੀ ਹੈ। ਇਸ ਦੇ ਲਈ ਦੋਵਾਂ ਦੇਸ਼ਾਂ ਦੇ ਤਰਫੋਂ ਪੱਤਰ ਦਾਇਰ ਕੀਤਾ ਗਿਆ। ਇਹ ਪੱਤਰ ਫਿਨਲੈਂਡ ਦੇ ਰਾਜਦੂਤ ਅਤੇ ਸਵੀਡਨ ਦੇ ਰਾਜਦੂਤ ਦੁਆਰਾ ਬ੍ਰਸੇਲਜ਼ ਵਿੱਚ ਨਾਟੋ ਦੇ ਸਕੱਤਰ ਜਨਰਲ ਜੇਨਸ ਨੂੰ ਸੌਂਪਿਆ ਗਿਆ। ਉਹਨਾਂ ਨੇ ਇਸ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸਾਡੀ ਸੁਰੱਖਿਆ ਲਈ ਚੰਗਾ ਦਿਨ ਸੀ। ਬਰੈਂਪਟਨ ਵਿੱਚ ਹੋਏ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਹੱਲਾ ਗੁੱਲਾ ਮਚਣ ਅਤੇ ਲੜਾਈ ਝਗੜਾ ਹੋਣ ਕਾਰਨ ਪੁਲਿਸ ਅਤੇ ਸਿਕਿਉਰਿਟੀ ਵੱਲੋਂ ਅੱਧ ਵਿਚਾਲੇ ਹੀ ਬੰਦ ਕਰਵਾਉਣਾ ਪਿਆ ਅਤੇ ਇਸ ਮੌਕੇ ਕੁਝ ਗ੍ਰਿਫਤਾਰੀਆਂ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬੱਬੂ ਮਾਨ ਦੇ ਚੱਲ ਰਹੇ ਸ਼ੋਅ ਵਿੱਚ ਨੌਜਵਾਨਾਂ ਵੱਲੋਂ ਰੌਲਾ ਪਾਉਣ, ਖਰਮਸਤੀ ਕਰਨ, ਬਿਨਾਂ ਟਿਕਟ ਧੱਕੇ ਨਾਲ ਹਾਲ ਵਿੱਚ ਵੜਨ ਦੀ ਕੋਸ਼ਿਸ਼ ਕਰਨ, ਪੁਲਿਸ ਅਤੇ ਸਿਕਿਉਰਿਟੀ ਨਾਲ ਖੈਬੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹਾਲ ਵਿੱਚੋਂ ਬਾਹਰ ਕੱਢਣ ਕਾਰਨ ਮਚੇ ਬਵਾਲ ਕਰਕੇ ਪੁਲਿਸ ਨੇ ਸ਼ੋਅ ਨੂੰ ਬੰਦ ਕਰਵਾ ਦਿੱਤਾ। ਸਾਲ 2013 ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਜੁਲਾਈ ਮਹੀਨੇ 'ਚ ਹੋਈ ਕੁਦਰਤੀ ਤਰਾਸਦੀ ਦੇ ਅੰਸ਼ ਪੈਦਲ ਰਸਤੇ 'ਚ ਅਜੇ ਵੀ ਦੇਖਣ ਨੂੰ ਮਿਲਦੇ ਨੇ। ਭਾਵੇਂ ਕਿ ਸੂਬਾ ਸਰਕਾਰ ਤੇ ਟਰਸਟ ਦੇ ਪੂਰਨ ਸਹਿਯੋਗ ਸਦਕਾ ਰਸਤੇ ਦਾ ਨਵ ਨਿਰਮਾਣ ਕਰਕੇ ਮੁੜ 21 ਸਤੰਬਰ 2013 ਨੂੰ ਯਾਤਰਾ ਸ਼ੁਰੂ ਕਰਵਾ ਦਿੱਤੀ ਗਈ ਸੀ, ਪਰ ਗੋਬਿੰਦ ਘਾਟ ਤੋਂ ਕਰੀਬ 8 ਕਿਲੋਮੀਟਰ ਦੂਰ ਅਤੇ ਗੁਰਦੁਆਰਾ ਗੋਬਿੰਦ ਧਾਮ ਤੋਂ 5 ਕਿਲੋਮੀਟਰ ਪਹਿਲਾਂ ਹੇਮ ਗੰਗਾ ਨਦੀ ਉੱਪਰ ਟਹਿ ਢੇਰੀ ਹੋਇਆ ਪੁਲ ਮੁੜ ਉਸਾਰ ਦਿੱਤਾ ਗਿਆ ਹੈ। ਨਵੇਂ ਉਸਾਰੇ ਗਏ ਪੁਲ ਦੀ ਲੰਬਾਈ 135 ਮੀਟਰ ਹੈ ਤੇ ਇਸ ਦੀ ਲਾਗਤ 30 ਕਰੋੜ ਰੁਪਏ ਆਈ ਹੈ। ਇਸ ਪੁਲ ਦੇ ਨਾਲ ਨਵਾਂ ਰਸਤਾ ਵੀ ਤਿਆਰ ਹੋਇਆ ਹੈ, ਜਿਸ ਦੇ ਨਾਲ ਸੰਗਤ ਨੂੰ ਪੈਦਲ ਯਾਤਰਾ ਲਈ ਕਾਫੀ ਰਾਹਤ ਮਿਲੇਗੀ, ਕਿਉਂਕਿ ਇਹ ਰਸਤਾ ਬਿਨਾਂ ਜ਼ਿਆਦਾ ਉਚਾਈ ਜਾਂ ਉਤਰਾਈ ਦੇ ਕਿਸੇ ਕਾਫੀ ਹੱਦ ਤੱਕ ਪੱਧਰਾ ਹੈ। ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪੁਲ ਸੰਗਤ ਲਈ ਖੋਲ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦੇ ਨਵ ਨਿਰਮਾਣ ਲਈ ਉੱਤਰਾਖੰਡ ਸਰਕਾਰ ਵੱਲੋਂ 13 ਕਰੋੜ 11 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਾਕਿਸਤਾਨ ਸਰਕਾਰ ਵੱਲੋਂ PSDP ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਪਾਕਿਸਤਾਨ ਜ਼ੀਰੋ ਲਾਈਨ ਨੇੜੇ ਪੁਲ ਦੀ ਸ਼ੁਰੂ ਕੀਤੀ ਉਸਾਰੀ ਲਗਭਗ 40% ਮੁਕੰਮਲ ਹੋ ਚੁੱਕੀ ਹੈ। ਪੁਲ ਦੀ ਉਸਾਰੀ ਲਈ 35 ਕਰੋੜ 30 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੰਡ ਉਸ 49 ਕਰੋੜ 40 ਲੱਖ ਰੁਪਏ ਦੀ ਕੁੱਲ ਰਕਮ ਦਾ ਹਿੱਸਾ ਹੈ, ਜੋ ਅਗਲੇ ਵਿੱਤੀ ਵਰ੍ਹੇ ਲਈ ਧਾਰਮਿਕ ਮਾਮਲਿਆਂ ਅਤੇ ਇੰਟਰਫੇਸ ਸਦਭਾਵਨਾ ਬਾਰੇ ਮੰਤਰਾਲੇ ਵੱਲੋਂ 3 ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਰੱਖੀ ਗਈ ਇਵੈਕੂਏ ਟਰਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਣਾ ਸ਼ਾਹਿਦ ਸਲੀਮੀ ਨੇ ਦੱਸਿਆ ਹੈ ਕਿ 270 ਮੀਟਰ
ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਠੇਕੇਦਾਰਾਂ ਵੱਲੋਂ ਜੰਗੀ ਪੱਧਰ ਤੇ ਕੀਤਾ ਜਾ ਰਿਹਾ। ਮੌਕੇ ਤੇ ਮੌਜੂਦ ETPB ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਦੱਸਿਆ कि भारत ने इलाके छड़ां दे खतरे नूं देखते हुए पुल बनाउण दी तजवीज़ रखी सी, जिस दे मद्देनज़र उसारी शुरू की गई है। उन्हां फंड दी घाट दसदिआं पुल दा काम रुके जाण दी अफवाहां नूं रद्द करदिआं कहा कि पुल दी उसारी जंगी पੱਧਰ ते जारी है। ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ ਲੰਡਨ ਬਿਊਰੋ ਆਫ ਸਾਊਥ ਵਾਰਕ ਦੇ ਮੇਅਰ ਚੁਣੇ ਗਏ ਨੇ। ਦਿੱਲੀ ਵਿੱਚ ਜਨਮੇ ਚੋਪੜਾ ਨੇ ਸੈਂਟਰਲ ਲੰਡਨ ਸਥਿਤ ਸਾਊਥ ਵਾਰਕ ਕੈਥੇਡਰਲ ਵਿੱਚ ਸ਼ਨੀਵਾਰ ਨੂੰ ਸਹੁੰ ਚੁੱਕੀ। 2014-15 ਚ ਵੀ ਲੰਡਨ ਬਿਊਰੋ ਆਫ ਸਾਊਥ ਵਾਰਕ ਦੇ ਮੇਅਰ ਸਨ। ਉਹ 2013-14 ਵਿੱਚ ਇਸ ਦੇ ਡਿਪਟੀ ਮੇਅਰ ਸਨ। ਉਹ ਇਸ ਬਰੋ ਵਿੱਚ ਇਸ ਵਕਾਰੀ ਅਹੁਦੇ ਤੇ ਬੈਠਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਨੇ। ਬ੍ਰਿਟੇਨ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ ਵਿੱਚ ਲੰਡਨ ਬ੍ਰਿਜ ਅਤੇ ਵੈਸਟ ਬਰਮੂਡਜ਼ ਦੇ ਸੀਟ ਤੇ ਲਿਬਰਲ ਡੈਮੋਕ੍ਰੇਟਸ ਨੂੰ ਹਰਾਇਆ। ਇਸ ਤੋਂ ਪਹਿਲਾਂ ਇਹਨਾਂ ਸੀਟ ਦੇ ਦਹਾਕਿਆਂ ਤੱਕ ਵਿਰੋਧੀ ਦਲ ਦਾ ਕਬਜ਼ਾ ਸੀ। ਚੋਪੜਾ ਦੀ ਜਿੱਤ ਮਾਇਨੇ ਰੱਖਦੀ ਹੈ ਕਿਉਂਕਿ ਲੰਡਨ ਬਿਊਰੋ ਆਫ ਸਾਊਥ ਵਾਰਕ ਕਾਉਂਸਲ ਵਿੱਚ ਭਾਰਤੀ ਮੂਲ ਦੇ ਸਿਰਫ 2% ਲੋਕ ਨੇ। ਚੋਪੜਾ ਨੇ 2010 ਵਿੱਚ ਬ੍ਰਿਟੇਨ ਦੀ ਸਿਆਸਤ ਵਿੱਚ ਕਦਮ ਰੱਖਿਆ ਸੀ ਅਤੇ ਉਹ 2014 ਵਿੱਚ ਪਹਿਲੀ ਵਾਰ ਇਸ ਬਿਊਰੋ ਦੇ ਮੇਅਰ ਚੁਣੇ ਗਏ। ਉਹ 3 ਵਾਰ ਡਿਪਟੀ ਮੇਅਰ ਵੀ ਰਹੇ। ਉਹਨਾਂ ਦਾ ਸਿਆਸੀ ਯਾਤਰਾ 1970 ਦੇ ਦਹਾਕੇ 'ਚ ਦਿੱਲੀ ਤੋਂ ਹੀ ਸ਼ੁਰੂ ਹੋ ਗਈ ਸੀ। ਉਹ 1972 ਵਿੱਚ ਕਾਲਜ ਆਫ ਵੋਕੇਸ਼ਨਲ ਸਟੱਡੀਜ਼ ਦਿੱਲੀ ਯੂਨੀਵਰਸਿਟੀ ਦੇ ਪਹਿਲੇ ਪ੍ਰਧਾਨ ਬਣੇ। ਉਹਨਾਂ ਨੇ 1973-74 ਵਿੱਚ LLB ਦੀ ਪੜ੍ਹਾਈ ਦੌਰਾਨ ਦਿੱਲੀ ਯੂਨੀਵਰਸਿਟੀ ਵਿੱਚ ਸੁਪਰੀਮ ਕਾਉਂਸਲਰ ਦਾ ਅਹੁਦਾ ਸੰਭਾਲਿਆ। ਫਿਲੌਰ ਪੁਲਿਸ ਅਕੈਡਮੀ ਵਿੱਚ ਨਸ਼ੇ ਦੇ ਕਾਰੋਬਾਰ ਦੀਆਂ ਕਾਲੀਆਂ ਪਰਤਾਂ ਦਿਨੋ-ਦਿਨ ਉਜਾਗਰ ਹੁੰਦੀਆਂ ਜਾ ਰਹੀਆਂ ਨੇ। ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਅਤੇ ਗ੍ਰੇਡ 4 ਦੇ ਕਰਮਚਾਰੀ ਜ਼ੈਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਅਹਿਮ ਸੁਰਾਗ ਮਿਲੇ ਨੇ। ਇਸ ਮਾਮਲੇ ਵਿੱਚ 5 ਹੋਰ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੀ ਪਛਾਣ ਸਿਪਾਹੀ ਕਮਲਜੀਤ ਸਿੰਘ ਤਰਨਤਾਰਨ, ਸਿਪਾਹੀ ਗੋਬਿੰਦ ਸਿੰਘ PPA ਫਿਲੌਰ, ਸਿਪਾਹੀ ਅਮਨਦੀਪ ਸਿੰਘ PPA ਫਿਲੌਰ, ਸਿਪਾਹੀ ਰਮਨਦੀਪ ਸਿੰਘ PPA ਫਿਲੌਰ, ਸਿਪਾਹੀ ਹਰਪ੍ਰੀਤ ਸਿੰਘ PPA ਫਿਲੌਰ ਵਜੋਂ ਹੋਈ ਹੈ। ਅਕੈਡਮੀ ਵਿੱਚ ਇਹ ਪੰਜੇ ਖੁਦ ਨਸ਼ੇ ਦੇ ਆਦੀ ਸਨ ਅਤੇ ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮਾਂ ਨੂੰ ਵੀ ਨਸ਼ਾ ਸਪਲਾਈ ਕਰਦੇ ਸਨ। ਫਿਲੌਰ ਪੁਲਿਸ ਨੇ ਨਿੱਧੀ ਪਤਨੀ ਗੁਰਦੀਪ ਮੱਛੂ ਵਾਸੀ ਪਿੰਡ ਜ਼ਮਦੋਹਾ ਜਗਤਾਰਪੁਰਾ ਨੂੰ 42 ਗ੍ਰਾਮ ਚੂਰਾ ਪੋਸਟ ਸਮੇਤ ਕਾਬੂ ਕੀਤਾ ਹੈ। ਨਿੱਧੀ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸਨੇ ਸ਼ਕਤੀ ਅਤੇ ਜ਼ੈਰਾਮ ਨੂੰ ਚਿੱਟਾ ਵੀ ਸਪਲਾਈ ਕੀਤਾ। ਪੁਲਿਸ ਸੂਤਰਾਂ ਅਨੁਸਾਰ ਇਹਨਾਂ ਸਿਪਾਹੀਆਂ ਅਤੇ ਸਾਥੀਆਂ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਮੁਲਾਜ਼ਮ ਅਕੈਡਮੀ ਵਿੱਚ ਨਸ਼ਾ ਕਰਦੇ ਨੇ। ਡੋਪ ਟੈਸਟ ਕਰਵਾਉਣ ਤੋਂ ਬਾਅਦ ਹੀ ਉਸ ਦੀ ਪਛਾਣ ਹੋਏਗੀ। ਇਸ ਮਾਮਲੇ ਵਿੱਚ ਬਣਾਈ ਗਈ ਜਾਂਚ ਕਮੇਟੀ ਵਿੱਚ ਦਰਜਨ ਭਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਜੋ ਨਾ ਕੇਵਲ ਨਸ਼ਾ ਕਰਦੇ ਨੇ ਸਗੋਂ ਨਸ਼ਾ ਸਪਲਾਈ ਵੀ ਕਰਦੇ ਸੀ, ਪਰ ਅੱਜ ਤੱਕ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਕੋਈ ਕਾਰਵਾਈ ਹੋਈ ਹੈ। 10 ਮਈ ਨੂੰ ਜਦੋਂ ਕਾਂਸਟੇਬਲ ਰਮਨਦੀਪ ਸਿੰਘ ਦੀ ਸ਼ਿਕਾਇਤ ਤੇ ਸ਼ਕਤੀ ਕੁਮਾਰ ਅਤੇ ਜੈਰਾਮ ਖਿਲਾਫ ਕੇਸ ਦਰਜ ਕੀਤਾ ਗਿਆ ਤਾਂ ਮੁਲਾਜ਼ਮਾਂ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ। ਬਾਅਦ ਵਿੱਚ ਮਾਮਲੇ ਨੇ ਤੂਲ ਫੜ ਲਈ ਤਾਂ ਪੁਲਿਸ ਨੇ ਦੋਵਾਂ ਨੂੰ ਰਿਮਾਂਡ ਤੇ ਲੈ ਲਿਆ। ਪੰਜਾਬ ਵਿੱਚ ਕਰੋਨਾ ਇੱਕ ਵਾਰ ਫਿਰ ਜਾਨਲੇਵਾ ਬਣ ਗਿਆ ਹੈ। ਮਾਨਸਾ ਵਿੱਚ ਕਰੋਨਾ ਦੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਫਰੀਦਕੋਟ ਵਿੱਚ ਵੀ ਇੱਕ ਮਰੀਜ਼ ਨੂੰ ਵੈਂਟੀਲੇਟਰ ਤੇ ਰੱਖਣਾ ਪਿਆ। ਇਸ ਤੋਂ ਇਲਾਵਾ 2 ਮਰੀਜ਼ਾਂ ਨੂੰ ਆਕਸੀਜਨ ਸਪੋਰਟ ਤੇ ਰੱਖਿਆ ਗਿਆ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੰਜਾਬ ਵਿੱਚ ਪਿਛਲੇ 1.5 ਮਹੀਨੇ ਵਿੱਚ ਇਹ 5ਵੀਂ ਮੌਤ ਹੈ। ਇਸ ਤੋਂ ਪਹਿਲਾਂ ਮੋਗਾ, ਲੁਧਿਆਣਾ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ ਕਰੋਨਾ ਕਾਰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਬੇਸ਼ੱਕ ਕਮੀ ਆਈ ਹੈ। ਦੱਸ ਦਈਏ ਕਿ ਐਤਵਾਰ ਨੂੰ ਸੂਬੇ ਵਿੱਚ ਕਰੋਨਾ ਦੇ 10 ਨਵੇਂ ਮਰੀਜ਼ ਮਿਲੇ ਨੇ, ਜਿਨ੍ਹਾਂ ਵਿੱਚ ਮੋਹਾਲੀ, ਬਠਿੰਡਾ ਅਤੇ ਲੁਧਿਆਣਾ 'ਚ 2-2, ਗੁਰਦਾਸਪੁਰ ਅਤੇ ਮਾਨਸਾ ਵਿੱਚ 1-1 ਮਰੀਜ਼ ਮਿਲੇ ਨੇ। ਪੰਜਾਬ ਵਿੱਚ ਐਤਵਾਰ ਨੂੰ 12,423 ਸੈਂਪਲ ਲੈ ਕੇ 12,311 ਦੀ ਟੈਸਟਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਘਟ ਕੇ 115 ਰਹਿ ਗਈ ਹੈ। ਸਭ ਤੋਂ ਵੱਧ ਐਕਟਿਵ ਕੇਸ ਮੋਹਾਲੀ ਵਿੱਚ ਨੇ, ਲੁਧਿਆਣਾ ਵਿੱਚ 15, ਅੰਮ੍ਰਿਤਸਰ ਵਿੱਚ 12, ਬਠਿੰਡਾ ਵਿੱਚ 9 ਅਤੇ ਪਟਿਆਲਾ ਵਿੱਚ 8 ਐਕਟਿਵ ਕੇਸ ਨੇ। ਜ਼ਿਆਦਾਤਰ ਹੋਰ ਜ਼ਿਲ੍ਹਿਆਂ ਵਿੱਚ 5 ਤੋਂ ਘੱਟ ਸਰਗਰਮ ਮਰੀਜ਼ ਰਹਿ ਗਏ ਨੇ। ਪੰਜਾਬ ਵਿੱਚ ਪਿਛਲੇ 52 ਦਿਨਾਂ ਵਿੱਚ 1113 ਮਰੀਜ਼ ਸਾਹਮਣੇ ਆਏ। ਇਹਨਾਂ ਵਿੱਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1072 ਮਰੀਜ਼ ਠੀਕ ਹੋ ਚੁੱਕੇ ਨੇ। ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਪੰਜਾਬੀਆਂ ਨੂੰ ਕੁਝ ਰਾਹਤ ਮਿਲੀ ਹੈ। ਸੋਮਵਾਰ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋਈ ਹੈ। ਗਰਮੀਆਂ ਦੇ ਪ੍ਰਕੋਪ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਹਨਾਂ ਨੂੰ ਠੰਡਕ ਦਾ ਅਹਿਸਾਸ ਕਰਵਾਇਆ ਹੈ। ਸੋਮਵਾਰ ਤੜਕਸਾਰ ਤੋਂ ਹੀ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ। ਸੂਬੇ ਵਿੱਚ ਬਾਰਿਸ਼ ਤੋਂ ਬਾਅਦ ਸਵੇਰੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਤਾਪਮਾਨ 30-31 ਡਿਗਰੀ ਸੈਲਸੀਅਸ ਤੋਂ ਡਿੱਗ ਕੇ 25 ਡਿਗਰੀ ਸੈਲਸੀਅਸ
ਸੈਲਸੀਅਸ ਤੇ ਆ ਗਿਆ। ਮੌਸਮ ਵਿਭਾਗ ਅਨੁਸਾਰ ਦਿਨ ਭਰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਚਲਾ ਜਾਏਗਾ। ਮੀਂਹ ਕਾਰਨ ਤਾਪਮਾਨ 8 ਤੋਂ 10 ਡਿਗਰੀ ਤੱਕ ਡਿੱਗ ਗਿਆ। ਦੱਸ ਦਈਏ ਕਿ ਦਿਨ ਦੌਰਾਨ ਗਰਮੀ ਦੀ ਬਜਾਏ ਠੰਡੀਆਂ ਹਵਾਵਾਂ ਚੱਲੀਆਂ, ਆਸਮਾਨ ਵਿੱਚ ਬੱਦਲ ਛਾਏ। ਮੌਸਮ ਵਿਭਾਗ ਨੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਅਗੇਤੀ ਗਰਮੀ ਕਾਰਨ ਪਿਛਲੇ ਦਿਨਾਂ ਤੋਂ ਪਾਰਾ ਲਗਾਤਾਰ ਚੜ ਰਿਹਾ ਸੀ। ਇਸ ਦੌਰਾਨ ਪਾਰਾ 47 ਡਿਗਰੀ ਨੂੰ ਪਾਰ ਕਰ ਗਿਆ ਸੀ। ਜ਼ਿਕਰਯੋਗ ਹੈ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਬਿਜਲੀ ਸਪਲਾਈ ਵਿੱਚ ਭਾਰੀ ਕਮੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।